ਵੀਡੀਓ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੁਹਾਡੇ ਦੂਜੇ ਅਧਿਆਇ ਦੀ ਸ਼ੁਰੂਆਤ ਕਰਾਂਗੇ, ਇੰਟਰੋਡਕਸ਼ਨ ਟੂ ਪ੍ਰੋਗਰਾਮਿੰਗ ਇਨ ਸੀ ਲੈਂਗੁਏਜ। ਜਿਵੇਂ ਕਿ ਅਸੀਂ ਲਾਸਟ ਚੈਪਟਰ ਦੇ ਵਿੱਚ ਪੜ੍ਹਿਆ ਹੈ, ਕੰਪਿਊਟਰ ਨੂੰ ਚਲਾਉਣ ਦੇ ਲਈ ਹਦਾਇਤਾਂ ਦੀ ਜ਼ਰੂਰਤ ਹੁੰਦੀ ਹੈ। ਸਟੈਪ ਬਾਏ ਸਟੈਪ ਉਸ ਨੂੰ ਦੱਸਿਆ ਜਾਂਦਾ ਹੈ ਕਿ ਤੁਸੀਂ ਸਟਾਰਟ ਹੋਣਾ ਅਤੇ ਐਂਡ ਹੋਣਾ, ਇਨੀਸ਼ੀਏਟ ਕਰਨਾ, ਕਿਸ ਸਟੈਪ ਨਾਲ ਅੱਗੇ ਵਧਣਾ ਹੈ। ਉਸੇ ਦੇ ਨਾਲ ਹੀ ਉਸ ਦੇ ਸ਼ੁਰੂਆਤ ਦੇ ਵਿੱਚ ਹੀ ਦੇਖਾਂਗੇ ਸੀ ਲੈਂਗੁਏਜ ਸਭ ਤੋਂ ਆਸਾਨ ਅਤੇ ਯੂਜ਼ਰ ਫਰੈਂਡਲੀ ਲੈਂਗੁਏਜ ਮੰਨੀ ਗਈ ਹੈ, ਜਿਸ ਦੁਆਰਾ ਅਸੀਂ ਵਿੰਡੋਜ਼ ਤੋਂ ਲੈ ਕੇ ਕਈ ਐਪਲੀਕੇਸ਼ਨਸ ਤੱਕ ਡਿਜ਼ਾਈਨ ਕਰ ਸਕਦੇ ਹਾਂ। ਸੀ ਭਾਸ਼ਾ ਦਾ ਡਿਜ਼ਾਈਨ ਡੈਨਿਸ ਰਿਚੀ ਦੁਆਰਾ 1970 ਵਿੱਚ ਪਹਿਲਾਂ ਤੋਂ ਹੀ ਬਣੀ ਬੀ ਲੈਂਗੁਏਜ, ਬੇਸਿਕ ਲੈਂਗੁਏਜ ਨੂੰ ਮੋਡੀਫਾਈ ਕੀਤਾ ਗਿਆ ਸੀ। ਯੂਜ਼ਰ ਫਰੈਂਡਲੀ ਬਣਾਉਣ ਦੇ ਲਈ, ਆਪਦਾ ਹੋਰ ਕੰਮ ਆਸਾਨ ਕਰਨ ਦੇ ਲਈ ਉਸਨੇ ਬੀ ਲੈਂਗੁਏਜ ਨੂੰ ਮੋਡੀਫਾਈ ਕਰਕੇ ਸੀ ਲੈਂਗੁਏਜ ਦਾ ਨਾਂ ਦਿੱਤਾ। ਸੀ ਭਾਸ਼ਾ ਦੇ ਵਿਸ਼ੇਸ਼ ਲੱਛਣ ਕੀ ਵੱਖਰਾ ਕਿਉਂ ਕਰਦਾ ਹੈ ਇਸ ਨੂੰ? ਜੇ ਦੇਖਿਆ ਜਾਵੇ, ਸੀ ਨੂੰ ਸੀ ਦਾ ਨੇਮ ਬੁਲਾਉਣਾ ਹੀ ਇਸ ਨੂੰ ਇੱਕ ਗਲਤ ਹੈ, ਕਿਉਂਕਿ ਇਹ ਇੱਕ ਚਿੰਨ੍ਹਾਤਮਕ ਕੋਡ ਹੈ, ਮਤਲਬ ਸਿੰਬੋਲਿਕ ਸਿੰਬਲਸ ਲੱਗਦੇ ਹਨ ਜੋ ਕੋਡਸ ਇੱਕ ਸੈੱਟ ਨੂੰ ਕੰਪਿਊਟਰ 'ਤੇ ਹਦਾਇਤਾਂ ਪਾਸ ਆਨ ਕਰਦਾ ਹੈ। ਟੈਕਸਟ ਲਿਖਣਾ, ਅੰਕ ਜੋੜਨੇ, ਡਾਟਾ ਨੂੰ ਡਿਸਕ 'ਤੇ ਬਦਲਣਾ, ਇਹ ਸਾਰੀਆਂ ਕਾਰਵਾਈਆਂ ਅਤੇ ਸੀ ਸਟੇਟਮੈਂਟ ਦੀ ਵਰਤੋਂ ਨਾਲ ਅਣਗਿਣਤ ਹੋਰ ਪ੍ਰੋਗਰਾਮ ਵੀ ਹੋ ਸਕਦੇ ਹਨ। ਦੂਜੇ ਸ਼ਬਦਾਂ ਵਿੱਚ ਇਸ ਨੂੰ ਵਾਕ ਰਚਨਾ ਮਤਲਬ ਸਿੰਟੈਕਸ ਕਿਹਾ ਜਾਂਦਾ ਹੈ। ਸਿੰਟੈਕਸ ਕੀ ਹੈ? ਵਾਕ ਰਚਨਾ। ਪਹਿਲਾ, ਸੀ ਭਾਸ਼ਾ ਨੂੰ ਅਕਸਰ ਦਰਮਿਆਨੇ ਪੱਧਰ ਦੀ ਭਾਸ਼ਾ ਕਿਹਾ ਜਾਂਦਾ ਹੈ, ਮਤਲਬ ਮਿਡਲ ਲੈਵਲ ਲੈਂਗੁਏਜ। ਮਿਡਲ ਲੈਵਲ ਲੈਂਗੁਏਜ ਤੋਂ ਭਾਵ ਹੈ ਕਿ ਨਾ ਹੀ ਇਹ ਜ਼ਿਆਦਾ ਕੰਪਿਊਟਰ ਕੋਡਡ ਹੈ ਅਤੇ ਨਾ ਹੀ ਯੂਜ਼ਰ ਫਰੈਂਡਲੀ ਹੈ, ਇਹ ਦੋਨਾਂ ਦੇ ਵਿਚਕਾਰ ਚੱਲਦੀ ਹੈ। ਇਹ ਪ੍ਰੋਗਰਾਮਾਂ ਨੂੰ ਉਸੇ ਸ਼ੈਲੀ ਵਿੱਚ ਲਿਖਣ ਦੀ ਆਗਿਆ ਦਿੰਦਾ ਹੈ ਜਿਵੇਂ ਕਿ ਬਹੁਤ ਸਾਰੇ ਆਧੁਨਿਕ ਹਾਈ ਲੈਵਲ ਭਾਸ਼ਾਵਾਂ, ਫੋਰਟਰਨ, ਕੋਬੋਲ, ਬੇਸਿਕ, PL2 ਐਂਡ ਪਾਸਕਲ। ਸੀ ਵਿੱਚ ਇਹ ਸੰਭਵ ਹੈ ਕਿ ਮਸ਼ੀਨ ਨਾਲ ਬਹੁਤ ਹੀ ਲੋ ਲੈਵਲ 'ਤੇ ਨਿਪਟਿਆ ਜਾ ਸਕਦਾ ਹੈ, ਮਤਲਬ ਸੀ ਕੰਪਾਈਲਰ ਦੇ ਦੁਆਰਾ ਕੰਪਿਊਟਰ ਮਸ਼ੀਨ ਨੂੰ ਆਸਾਨੀ ਨਾਲ ਕੋਡ ਸਮਝਾ ਸਕਦੀ ਹੈ। ਇਸ ਤੋਂ ਇਲਾਵਾ ਸੀ ਇੱਕ ਹਾਈ ਲੈਵਲ ਪ੍ਰੋਸੀਜਰਲ ਭਾਸ਼ਾ ਹੈ, ਮਤਲਬ ਪ੍ਰੋਗਰਾਮ ਕੰਪਿਊਟਰ ਵੱਲੋਂ ਨਿਭਾਏ ਜਾਣ ਵਾਲੇ ਕਦਮਾਂ ਦੇ ਬਾਰੇ ਬਹੁਤ ਸਪਸ਼ਟ ਹਦਾਇਤਾਂ ਲਿਖਦਾ ਹੈ। ਪ੍ਰੋਗਰਾਮ ਨੂੰ ਡਾਟਾ ਦੇ ਅਰਥ ਸਮਝ ਆਉਣੇ ਚਾਹੀਦੇ ਹਨ, ਨਿਭਾਏ ਜਾਣੇ ਕਦਮ ਅਤੇ ਆਊਟਪੁੱਟ, ਇਹ ਸਾਰੀ ਹਾਈ ਲੈਵਲ ਲੈਂਗੁਏਜ ਦੀ ਨਿਸ਼ਾਨੀ ਹੁੰਦੀ ਹੈ। ਜੇ ਹੁਣ ਅਸੀਂ ਨੋਟ ਕਰੀਏ ਕਿ ਸੀ ਕਰੈਕਟਰ ਸੈੱਟ, ਸੀ ਦੇ ਕੀ ਕਰੈਕਟਰ ਸੈੱਟ ਹੁੰਦੇ ਹਨ? ਜਿਵੇਂ ਪਹਿਲਾਂ ਦੱਸਿਆ ਗਿਆ ਹੈ ਕਿ ਸੀ ਨੂੰ ਸੀ ਲੈਂਗੁਏਜ ਬੁਲਾਉਣਾ ਇਟਸ ਰੋਂਗ, ਗਲਤ ਹੈ। ਇੱਕ ਚਿੰਨ੍ਹਾਂ ਦੁਆਰਾ ਸਪਸ਼ਟ ਕੀਤੀ ਜਾਂਦੀ ਲੈਂਗੁਏਜ ਹੈ। ਸੀ ਦੀ ਵਾਕ ਰਚਨਾ ਜਿਵੇਂ ਸਿੰਟੈਕਸ, ਜੇ ਐਲਫਾਬੈਟਸ ਆਪਾਂ ਗੱਲ ਕਰੀਏ A ਤੋਂ ਲੈ ਕੇ Z ਤੱਕ, a very important topic, ਸੀ ਕੇਸ ਸੈਂਸਿਟਿਵ ਲੈਂਗੁਏਜ ਹੈ, ਮਤਲਬ ਜੇ ਤੁਸੀਂ ਕੈਪੀਟਲ ਦੇ ਵਿੱਚ ਅੱਖਰ ਯੂਜ਼ ਕਰਦੇ ਹੋ ਤਾਂ ਉਹਨੂੰ ਕੈਪੀਟਲ ਦੇ ਵਿੱਚ ਹੀ ਅੱਗੇ ਵੀ ਡਿਫਾਈਨ ਕਰਨਾ ਪਏਗਾ। ਜੇ ਸਮੌਲ ਲੈਟਰਸ ਦੇ ਵਿੱਚ ਕਰਦੇ ਹੋ ਤਾਂ ਸਮੌਲ ਦੇ ਵਿੱਚ ਹੀ ਕਰਨਾ ਪਏਗਾ। ਇਸੇ ਕਰਕੇ ਇੱਥੇ ABZ ਤੱਕ ਵੱਡੇ ਅੱਖਰਾਂ ਜਾਂ ਸਮੌਲ ਅੱਖਰਾਂ ਦੇ ਵਿੱਚ ਪਾਇਆ ਹੋਇਆ ਹੈ। ਜੇ ਡਿਜਿਟਸ ਦੀ ਗੱਲ ਕਰਦੇ ਹਾਂ ਤਾਂ 0 ਤੋਂ ਲੈ ਕੇ 9 ਤੱਕ ਸਿੰਬੋਲਿਕਲੀ ਚੱਲਦੇ ਹਨ, ਅਤੇ ਆਹ ਸਾਰੇ ਸਪੈਸ਼ਲ ਸਿੰਬਲ ਸੀ ਯੂਜ਼ ਕਰ ਸਕਦੀ ਹੈ। escape characters, and these are very important as well. escape characters ਇੱਕ ਤਰ੍ਹਾਂ ਦਾ ਖਾਸ ਮੈਕੈਨਿਜ਼ਮ ਜਾਂ ਸਾਧਨ ਹੁੰਦੇ ਹਨ ਜੋ ਯੂਜ਼ਰ ਨੂੰ ਆਸਾਨ ਤਰੀਕੇ ਨਾਲ ਕੋਡਿੰਗ ਕਰਨ ਦੇ ਵਿੱਚ ਹੈਲਪ ਕਰਦੇ ਹਨ। ਸਕਰੀਨ 'ਤੇ ਪ੍ਰਦਰਸ਼ਿਤ ਉੱਤਰ, ਆਊਟਪੁੱਟ ਨੂੰ ਕਿਵੇਂ ਛਾਪਣਾ ਹੈ, ਇਹ escape characters ਨਾਲ ਆਸਾਨ ਹੋ ਜਾਂਦਾ ਹੈ।
मतलब ਤੁਹਾਡਾ ਰਿਜ਼ਲਟ ਤੁਹਾਡੀ ਆਊਟਪੁੱਟ ਨਵੀਂ ਲਾਈਨ ਦੇ ਵਿੱਚ ਚਲੀ ਜਾਵੇ ਤਾਂ \n, ਜੇ ਉਹਦੇ ਵਿੱਚ ਇੱਕ ਟੈਬ ਦੀ ਜਗ੍ਹਾ ਚਾਹੀਦੀ ਹੈ ਤਾਂ \t, ਤੁਹਾਨੂੰ ਬਾਰ-ਬਾਰ ਸਪੇਸ ਬਾਰ ਦੱਬਣ ਦੀ ਜ਼ਰੂਰਤ ਨਹੀਂ। ਜੇ ਫਾਰਮ ਫੀਡ ਚਾਹੀਦਾ ਹੈ \f, ਦੈਨ ਬੈਕਸਪੇਸ, ਕੈਰੇਜ ਰਿਟਰਨ, \, ਇਹ ਸਾਰੀਆਂ escape ਕਰੈਕਟਰਸ ਦੁਆਰਾ ਚੱਲ ਸਕਦੀਆਂ ਹਨ। ਵਾਈਟ ਸਪੇਸ ਕਰੈਕਟਰ, ਕੋਈ ਵੀ ਚਿੰਨ੍ਹ ਜਿਹੜੇ ਪ੍ਰਿੰਟ ਕਰਨ ਤੇ ਖਾਲੀ ਸਥਾਨ ਪੇਸ਼ ਕਰਦੇ ਹਨ ਨੂੰ ਵਾਈਟ ਸਪੇਸ ਕਰੈਕਟਰ ਕਿਹਾ ਜਾਂਦਾ ਹੈ। ਦਿਸ ਇਜ਼ ਵੈਰੀ ਇੰਪੋਰਟੈਂਟ, ਜਿਵੇਂ ਕਿ ਸਪੇਸ, ਟੈਬ, ਨਵੀਆਂ ਲਾਈਨਾਂ ਅਤੇ ਟਿੱਪਣੀਆਂ, ਕਮੈਂਟਸ। ਬੇਸਿਕ ਸਟਰਕਚਰ ਆਫ ਅ C ਪ੍ਰੋਗਰਾਮ, ਦਿਸ ਇਜ਼ ਵੈਰੀ ਇੰਪੋਰਟੈਂਟ ਕੁਐਸਚਨ ਅਗੇਨ। C ਦਾ ਬੇਸਿਕ ਸਟਰਕਚਰ ਕੀ ਹੈ? C ਨੂੰ ਅਸੀਂ ਸਟਾਰਟ ਕਰਨ ਲਈ ਇੱਕ ਮੇਨ ਫੰਕਸ਼ਨ ਯੂਜ਼ ਕਰਦੇ ਹਾਂ। C ਦੇ ਵਿੱਚ ਕਿੰਨੇ ਮੇਨ ਫੰਕਸ਼ਨ ਹੁੰਦੇ ਹਨ? ਸਿਰਫ ਇੱਕ, ਯਾਦ ਰੱਖਿਓ। ਦੈਨ ਉਸ ਤੋਂ ਬਾਅਦ ਕਰਲੀ ਬ੍ਰੈਕਟਸ ਜਾਂ ਬ੍ਰੇਸਿਸ ਤੋਂ ਸਟਾਰਟ ਕਰਦੇ ਹਾਂ, ਦਿਸ ਵਨ, ਹੀਅਰ ਐਂਡ ਹੀਅਰ। ਉਸ ਤੋਂ ਬਾਅਦ ਡੈਕਲੇਰੇਸ਼ਨਸ ਐਂਡ ਸਟੇਟਮੈਂਟਸ, ਤੁਸੀਂ ਕੀ ਡਿਕਲੇਅਰ ਕਰਨਾ ਹੈ ਅਤੇ ਤੁਹਾਡੀ ਕੀ ਸਟੇਟਮੈਂਟ ਹੈ। ਯੂਜ਼ਰ ਡਿਫਾਈਨ ਫੰਕਸ਼ਨਸ ਕਿਸ ਤਰ੍ਹਾਂ ਦੇ ਹੋ ਸਕਦੇ ਹਨ? ਇਹ ਸਾਰੇ C ਲੈਂਗੁਏਜ ਦੇ ਵਿੱਚ ਆ ਸਕਦੇ ਹਨ। ਹੈਡਰ ਫਾਈਲਸ, ਫਾਈਲਸ ਜੋ ਹੈਡਰ ਤੇ ਰੱਖੀਆਂ ਜਾਂਦੀਆਂ ਹਨ, ਮਤਲਬ ਜਿਸ ਦੇ ਵਿੱਚ C ਦੇ ਇਨਬਿਲਟ ਫੰਕਸ਼ਨਸ ਡਿਫਾਈਨ ਹੁੰਦੇ ਹਨ, ਜੋ ਵੋਇਡ ਮੇਨ ਤੋਂ ਪਹਿਲਾਂ ਪ੍ਰੀ ਪ੍ਰੋਸੈਸਰ ਸਟੇਟਮੈਂਟ ਜਾਂ ਗਲੋਬਲ ਡੈਕਲੇਰੇਸ਼ਨਸ ਦੇ ਨਾਲ ਰੱਖੀਆਂ ਜਾਂਦੀਆਂ ਹਨ। ਇਹ ਪ੍ਰੋਗਰਾਮ ਵਿੱਚ ਕੋਈ ਰੇਖਾ ਜਿਹੜੀ ਹੈਸ਼ ਨਾਲ ਸ਼ੁਰੂ ਹੁੰਦੀ ਹੈ, ਕੰਪਾਈਲਰ ਲਈ ਇੱਕ ਹਦਾਇਤ ਹੁੰਦੀ ਹੈ, ਨਾ ਕਿ C ਭਾਸ਼ਾ ਦੇ ਵਿੱਚ ਇੱਕ ਅਸਲ ਸਟੇਟਮੈਂਟ। ਇਹ ਸਿਰਫ ਇੱਕ ਹਦਾਇਤ ਹੁੰਦੀ ਹੈ, ਸਟੇਟਮੈਂਟ ਨਹੀਂ ਹੁੰਦੀ। ਹੈਡਰ ਲਾਈਨਾਂ ਸੋਰਸ ਪ੍ਰੋਗਰਾਮਾਂ ਵਿੱਚ ਹੈਸ਼ ਦੇ ਰਾਹੀਂ ਪ੍ਰਵੇਸ਼ ਕਰਦੀਆਂ ਹਨ, ਜਿਸ ਵਿੱਚ ਸਟੇਟਮੈਂਟ ਸ਼ਾਮਿਲ ਹੁੰਦੀ ਹੈ। ਉਹਨਾਂ ਦੇ ਅੰਦਰ ਕਈ ਸਟੇਟਮੈਂਟ ਸ਼ਾਮਿਲ ਹੁੰਦੀਆਂ ਹਨ ਜੋ ਕਿ C ਭਾਸ਼ਾ ਦੇ ਵਿੱਚ ਪਹਿਲਾਂ ਹੀ ਡਿਜ਼ਾਈਨ ਹੁੰਦੀਆਂ ਹਨ। ਉਸ ਨੂੰ ਅਸੀਂ ਲਾਇਬ੍ਰੇਰੀ ਫੰਕਸ਼ਨਸ ਵੀ ਕਹਿ ਸਕਦੇ ਹਾਂ। ਪ੍ਰੀ ਪ੍ਰੋਸੈਸਰ ਸਟੇਟਮੈਂਟ, ਪਹਿਲਾਂ ਤੋਂ ਹੀ ਦਿੱਤੇ ਗਏ ਨਿਰਦੇਸ਼। ਜਦੋਂ C ਦੇ ਵਿੱਚ ਅਸੀਂ ਪ੍ਰੋਗਰਾਮ ਨੂੰ ਕੰਪਾਈਲ ਕਰਦੇ ਹਾਂ ਤਾਂ ਉਹ ਖਾਸ ਮੁੱਲਾਂ ਨੂੰ ਉਵੇਂ ਹੀ ਵਾਪਸ ਕਰਦਾ ਹੈ ਜਿਵੇਂ ਕਿ ਉਹਨਾਂ ਵਿੱਚ ਦਰਸਾਏ ਗਏ ਹੋਣ। ਫੋਰ ਐਗਜ਼ਾਮਪਲ, ਮੁੱਲਾਂ ਦਾ ਸਬਸਟੀਟਿਊਸ਼ਨ, ਫਾਈਲਾਂ ਦੀ ਸਹੂਲੀਅਤ ਐਂਡ ਕੰਡੀਸ਼ਨਸ। ਇਹ ਇੱਕ ਐਗਜ਼ਾਮਪਲ ਹੈ। ਇਨਕਲੂਡ ਹੈਡਰ ਫਾਈਲ stdioh, ਇਹ ਇੱਕ ਸਟੈਂਡਰਡ ਇਨਪੁਟ ਆਊਟਪੁੱਟ ਫੰਕਸ਼ਨ ਹੈ ਜਿਸ ਦੇ ਵਿੱਚ ਸਟੈਂਡਰਡ ਇਨਪੁਟ ਆਊਟਪੁੱਟ ਫੰਕਸ਼ਨਸ ਦਿੱਤੇ ਗਏ ਹਨ। ਇਹ ਹੈਡਰ ਫਾਈਲ ਮੈਥ ਦੇ ਪ੍ਰੋਗਰਾਮਾਂ ਦੇ ਲਈ ਦਿੱਤੀ ਜਾਂਦੀ ਹੈ। ਇਸ ਦੇ ਵਿੱਚ ਸਾਰੇ ਮੈਥ ਦੇ ਪ੍ਰੋਗਰਾਮ ਜਾਂ ਫੰਕਸ਼ਨਸ ਦਿੱਤੇ ਜਾਂਦੇ ਹਨ। ਸਟ੍ਰਿੰਗ ਡਾਟਾ ਮੈਨੀਪੂਲੇਸ਼ਨ ਦੇ ਲਈ, test.h ਹੈਡਰ ਫਾਈਲ ਨੂੰ ਟੈਸਟ ਕਰਨ ਦੇ ਲਈ, ਐਂਡ ਦੈਨ ਨਲ ਮਤਲਬ ਜ਼ੀਰੋ ਵੈਲਿਊ। ਗਲੋਬਲ ਡੈਕਲੇਰੇਸ਼ਨਸ, ਗਲੋਬਲ ਡੈਕਲੇਰੇਸ਼ਨ ਜਿਵੇਂ ਕਿ ਤੁਹਾਨੂੰ ਦੱਸਿਆ ਗਿਆ ਸੀ ਕਿ C ਦੇ ਵਿੱਚ ਇੱਕ ਹੀ ਮੇਨ ਫੰਕਸ਼ਨ ਹੁੰਦਾ ਹੈ ਜੋ ਕਿ ਡਿਸਾਈਡ ਕਰਦਾ ਹੈ ਪ੍ਰੋਗਰਾਮ ਕਿਸ ਤਰ੍ਹਾਂ ਚੱਲੇ, ਪਰ ਕੁਛ ਇੱਕ ਵੈਲਿਊਜ਼ ਆਪਾਂ ਉਸ ਦੇ ਬਾਹਰ ਵੀ ਦੱਸ ਸਕਦੇ ਹਾਂ, ਜਿਵੇਂ ਕਿ ਸ਼ਾਰਟ, ਇੰਟ, ABC। ਇਹ ਸਾਰੇ ਇਸ ਦੇ ਅੰਦਰ ਕਾਲ ਹੋ ਸਕਦੇ ਹਨ ਤੇ ਇਸ ਦੇ ਬਾਹਰ, ਇਸ ਦੇ ਅੰਦਰ ਕੋਈ ਵੀ ਯੂਜ਼ਰ ਡਿਫਾਈਨ ਫੰਕਸ਼ਨ ਹੈ ਜਾਂ ਕੋਈ ਵੈਲਿਊ ਹੈ ਉਸ ਦੇ ਵਿੱਚ ਯੂਜ਼ ਕਰ ਸਕਦੇ ਹਾਂ। ਇਹਨਾਂ ਨੂੰ ਗਲੋਬਲ ਡੈਕਲੇਰੇਸ਼ਨ ਕਹਿੰਦੇ ਹਨ। ਬ੍ਰੇਸਿਸ, ਬ੍ਰੇਸਿਸ ਦੀ ਵਰਤੋਂ ਕਿੱਥੇ ਕੀਤੀ ਹੈ? ਡੈਕਲੇਰੇਸ਼ਨਸ, ਵੇਰੀਏਬਲ ਕੀ ਹੁੰਦੇ ਹਨ, ਸਟੇਟਮੈਂਟ ਕੀ ਹੁੰਦੀ ਹੈ। ਨਾ, this is a very short example of C program. Include stdioh, ਹੈਡਰ ਫਾਈਲ ਇਨਕਲੂਡ ਕੀਤੀ, void main ਫੰਕਸ਼ਨ ਲਾਇਆ। void ਮਤਲਬ ਕੋਈ ਵੈਲਿਊ ਨਾ ਰਿਟਰਨ ਆਵੇ। ਸਿੰਪਲ ਬ੍ਰੇਸਿਸ ਸਟਾਰਟ ਹੋਈਆਂ ਦੇ ਵਿੱਚ ਅਸੀਂ ਕੀ ਆਊਟਪੁੱਟ ਦਿੱਤੀ ਹੈ? ਵੈਲਕਮ ਟੂ C, ਐਂਡ ਬ੍ਰੇਸਿਸ ਖਤਮ ਕਰਤੀਆਂ, ਸਭ ਤੋਂ ਛੋਟਾ ਤੇ C ਦਾ ਪ੍ਰੋਗਰਾਮ। ਜੇ ਹੁਣ ਇਸੇ ਤਰ੍ਹਾਂ ਹੀ ਇਸ ਨੂੰ ਦੇਖੀਏ C ਪ੍ਰੋਗਰਾਮ ਦੇ ਵਿੱਚ,
मैं एक छोटा जिहा प्रोग्राम बना रखा है। सी include stdioh include conio.h ਇਹ ਵੀ ਇਨਪੁਟ ਆਉਟਪੁਟ ਦੀ ਹੈਲਪ ਸਹੂਲੀਅਤ ਲਈ ਹੁੰਦੀ ਹੈ। void main ਮੈਂ ਕੀ ਕਿਹਾ ਕਿ 3 ਵੇਰੀਏਬਲ a b ਤੇ c ਇੰਟੀਜਰ ਡਾਟਾ ਟਾਈਪ ਦੇ ਹੋਣ, मतलब 1 2 3 a ਦੀ ਵੈਲਿਊ 10 b ਦੀ ਵੈਲਿਊ 4 ਤੇ ਸਿੰਪਲੀ c इज इक्वल टू a प्लस b भी c ਦੀ ਵੈਲਿਊ ਕੀ ਹੋ ਜਾਵੇ ਜਿਹੜੀ a ਤੇ b ਦੀ ਮਿਲਾ ਕੇ ਵੈਲਿਊ ਹੋਵੇ। ਫਿਰ printf ਵੈਲਿਊ ਆਫ c ਤੇ ਮੈਂ ਯੂਜ਼ ਕੀਤਾ %d ਦਾ ਮਤਲਬ ਹੈ ਕਿ ਵੈਲਿਊ ਇੰਟੀਜਰ ਡਾਟਾ ਟਾਈਪ ਦੀ ਹੈ ਤੇ ਰਿਟਰਨ ਕਰੇਗੀ ਵੈਲਿਊ c ਦੀ। ਇਸ ਦੇ ਵਿੱਚ ਹੀ ਅਸੀਂ ਇਹਨੂੰ ਕੰਪਾਈਲ ਕਰਾਂਗੇ। Alter C compile 0 errors, then ਫਿਰ ਅਸੀਂ ਇਸ ਨੂੰ ਰਨ ਕਰਾਂਗੇ। Value of C is 14, a very basic and simple program. Execution and compiling of a program, ਇਸ ਦੇ ਵਿੱਚ ਹੀ ਦੱਸਿਆ ਗਿਆ ਹੈ ਕੀ ਹੁੰਦੀ ਹੈ। creating a program, saving a program, compiling लागू करना, and use of editor ਕੀ ਹੁੰਦਾ ਹੈ। stages of compilation ਕਿਵੇਂ ਅਸੀਂ program compiled run ਕਰ ਸਕਦੇ ਹਾਂ। source program ਤੁਹਾਡਾ ਕੀ ਹੈ, ਕਿਹੜਾ ਪ੍ਰੀ ਪ੍ਰੋਸੈਸਰ ਦਿੱਤਾ ਗਿਆ ਹੈ, ਕਿਹੜੀ ਫਾਈਲ ਤੁਸੀਂ ਐਡ ਕਰਨੀ ਹੈ। ਕੰਪਾਈਲਰ ਕਿਸ ਤਰ੍ਹਾਂ ਚੱਲੇਗਾ, ਕੰਪਾਈਲਰ ਲਾਇਬ੍ਰੇਰੀ ਫੰਕਸ਼ਨ ਨਾਲ ਮਿਲ ਕੇ ਤੁਹਾਡੇ ਲਿੰਕ ਬਣਾਵੇਗਾ ਤੇ ਪ੍ਰੋਗਰਾਮ ਨੂੰ ਐਗਜ਼ੀਕਿਊਟ ਕਰੇਗਾ ਤੇ ਆਉਟਪੁੱਟ ਸਕਰੀਨ ਤੇ ਆਵੇਗੀ। ਫੰਕਸ਼ਨਸ ਇਹ ਵੀਡੀਓ ਇੱਥੇ ਹੀ ਖਤਮ ਹੁੰਦੀ ਹੈ। ਅਸੀਂ ਨੈਕਸਟ ਵੀਡੀਓਜ਼ ਦੇ ਵਿੱਚ ਫੰਕਸ਼ਨ ਸਟਾਰਟ ਕਰਾਂਗੇ। ਜੇ ਕਿਸੇ ਨੂੰ ਕੁਛ ਨਾ ਸਮਝ ਆਇਆ ਹੋਵੇ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਹੈ।